ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਤੇ ਮੈਂ ਹਾਂ ਨਵਜੀਤ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਦੱਸ ਦਿੰਦੇ ਹਾਂ ਕਿ ਅੱਜ ਬਹੁਤ ਸਾਰੀਆਂ ਦੇਸ਼ ਦੁਨੀਆ ਦੀਆਂ ਅਹਿਮ ਖਬਰਾਂ ਨੇ ਜਿਨ੍ਹਾਂ ਤੇ ਉੱਪਰ ਅਸੀਂ ਚਰਚਾ ਕਰਾਂਗੇ। ਕਰੋਨਾ ਵਾਇਰਸ ਦੇ ਕੇਸ ਵੱਧ ਰਹੇ ਨੇ। ਵੈਕਸੀਨ ਨੂੰ ਲੈ ਕੇ ਕਈ ਤਰ੍ਹਾਂ ਦੇ ਵੈਕਸੀਨ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਉਹਦਾ ਕੀ ਕਾਰਨ ਹੈ, ਇਹਦੇ ਬਾਰੇ ਵੀ ਗੱਲਬਾਤ ਕਰਾਂਗੇ। ਖੇਮਕਰਨ ਤੋਂ ਵੀ ਹੁਣ ਅਗਲੇ ਪਾਸਿਓਂ ਉਮੀਦਵਾਰ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਸਾਰੀਆਂ ਗੱਲਾਂ ਤੇ ਆਪਾਂ ਗੱਲਬਾਤ ਕਰਦੇ ਹਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਨਾਲ। ਸਭ ਤੋਂ ਪਹਿਲਾਂ ਸਵਾਗਤ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਪੰਨੂ ਸਾਹਿਬ, ਗੁਲਬਰਗ ਸੁਸਾਇਟੀ ਮਾਮਲੇ ਵਿੱਚ ਸੁਪਰੀਮ ਕੋਰਟ ਹੁਣ ਸੁਣਵਾਈ ਕਰੇਗੀ। ਮਾਮਲਾ ਕੀ ਹੈ ਪੂਰਾ, ਕਿਹਦੇ ਨਾਲ ਕਿੱਥੇ ਤਾਰਾਂ ਜੁੜਦੀਆਂ? ਵੈਸੇ ਇੰਨਾ ਜ਼ਰੂਰ ਹੈ, ਨਾਮ ਪ੍ਰਧਾਨ ਮੰਤਰੀ ਮੋਦੀ ਹੁਣਾਂ ਦਾ ਵੀ ਆਉਂਦਾ ਹੈ। ਨਵਜੀਤ ਜੀ, ਗੱਲ ਇਹ ਹੈ ਕਿ 2002 'ਚ ਦੰਗੇ ਹੋਏ ਸਨ ਗੁਜਰਾਤ ਵਿੱਚ। ਉਦੋਂ ਅਹਿਮਦਾਬਾਦ, ਜਿੱਥੋਂ ਸਰਕਾਰ ਚੱਲਦੀ ਪਈ ਹੈ ਜੀ, ਸਭ ਤੋਂ ਵੱਡਾ ਸ਼ਹਿਰ ਉੱਥੋਂ ਦਾ, ਉੱਥੇ ਗੁਲਬਰਗਾ ਸੁਸਾਇਟੀ, ਉਹਦੇ ਵਿੱਚ 68 ਲੋਕ ਜਾਂ ਮਾਰ ਕੇ ਸਾੜੇ ਗਏ ਸਨ ਜਾਂ ਜਿਉਂਦੇ ਵਿੱਚ ਪਾ ਕੇ ਸਾੜੇ ਗਏ ਸਨ। ਕੁੱਲ 68 ਮੌਤਾਂ ਹੋਈਆਂ ਸੀ ਜੀ। ਉਹਨਾਂ 'ਚ ਇੱਕ ਕਾਂਗਰਸ ਪਾਰਟੀ ਦਾ ਪਾਰਲੀਮੈਂਟ ਮੈਂਬਰ ਅਹਿਸਾਨ ਜਾਫਰੀ ਸੀ। ਅਹਿਸਾਨ ਜਾਫਰੀ ਦੀ ਪਤਨੀ ਨੇ ਦੋਸ਼ ਲਾਇਆ ਕਿ ਉਹ ਉਸ ਵਕਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਹੜੇ ਉਦੋਂ ਮੁੱਖ ਮੰਤਰੀ ਹੁੰਦੇ ਸੀ ਜੀ, ਇਹਨਾਂ ਨੂੰ ਵੀ ਫੋਨ ਕਰਦਾ ਰਿਹਾ, ਹੋਰ ਵੀ ਸਾਰਿਆਂ ਨੂੰ ਕੀਤੇ। ਇਹਨਾਂ ਸਾਰਿਆਂ ਨੇ ਜਾਣਬੁੱਝ ਕੇ ਉੱਥੇ ਫੋਰਸ ਨਹੀਂ ਭੇਜੀ ਔਰ ਜਿਹੜੇ ਬੰਦਿਆਂ ਨੇ ਆ ਕੇ ਸਾਰਾ ਕਤਲੇਆਮ ਕੀਤਾ ਜੀ, ਉਹ ਭਾਜਪਾ ਤੇ RSS ਨਾਲ ਸੰਬੰਧਿਤ ਹੋਣ ਦਾ ਦੋਸ਼ ਲੱਗਦਾ ਰਿਹਾ। ਉਸ ਕੇਸ ਦੇ ਵਿੱਚ ਕਿਉਂਕਿ ਉਹਨੇ ਪ੍ਰਧਾਨ ਮੰਤਰੀ ਵੱਲ ਵੀ ਇਸ਼ਾਰੇ ਕੀਤੇ ਸਨ, ਜੀ ਜੀ, ਕੇਸ ਪਹਿਲਾਂ ਤੁਰਿਆ ਨਾ, ਜੇ ਤੁਰਿਆ ਹੇਠਲੀ ਅਦਾਲਤ ਤੋਂ ਰੱਦ, ਫਿਰ ਉੱਪਰਲੀ ਹਾਈ ਕੋਰਟ ਤੋਂ ਰੱਦ, ਫਿਰ ਸੁਪਰੀਮ ਕੋਰਟ ਤੋਂ ਰੱਦ। ਹੁਣ ਉਹ ਇਸ ਵੇਲੇ ਬਜ਼ੁਰਗ ਹੋਏ ਪਏ ਆ, ਪਰ ਅਜੇ ਤੱਕ ਉਹ ਕੇਸ ਲੜੀ ਜਾਂਦੀ ਹੈ। ਉਹ ਇਹ ਸਮਝ ਕੇ ਲੜੀ ਜਾਂਦੀ ਹੈ ਕਿ ਮੈਂ ਆਪਣੇ ਮਰਹੂਮ ਪਤੀ ਨੂੰ ਇਨਸਾਫ ਦਿਵਾਉਣਾ। ਉਹ ਫਿਰ ਸੁਪਰੀਮ ਕੋਰਟ ਚਲੀ ਗਈ ਅਤੇ ਸੁਪਰੀਮ ਕੋਰਟ ਨੇ ਉਹ ਸੁਣਵਾਈ ਵਾਸਤੇ ਰੱਖ ਲਿਆ ਜੀ। ਉਹਦੇ 'ਚ ਬਹਿਸ ਹੋਵੇਗੀ। ਕੱਲ੍ਹ ਨੂੰ ਕੀ ਬਣਦਾ ਪਤਾ ਨਹੀਂ, ਪਰ ਇਹ ਗੱਲ ਤਾਂ ਸਾਫ਼ ਹੈ ਕਿ 2002 ਦੇ ਦੰਗੇ ਗੁਜਰਾਤ ਵਾਲੇ, ਉਹ ਦੰਗੇ ਨਹੀਂ, ਇੱਕ ਤਰਫਾ ਕਤਲੇਆਮ ਸੀ ਜੀ। 1984 ਦੇ ਦੰਗੇ, ਦਿੱਲੀ ਵਾਲੇ ਦੰਗੇ ਨਹੀਂ, ਇੱਕ ਤਰਫਾ ਕਤਲੇਆਮ ਸੀ। ਇਹਨੂੰ ਸਿਰਫ ਦੰਗੇ ਕਹਿੰਦੇ ਹੁੰਦੇ ਸੀ ਹਰ ਕੋਈ। 1999 'ਚ ਪਹਿਲੀ ਵਾਰੀ ਇੱਕ ਲੇਖ ਲਿਖ ਕੇ ਤੇ ਮੈਂ ਕਿਹਾ ਸੀ ਜੀ ਕਿ ਦੰਗਾ ਉਹ ਹੁੰਦਾ ਜਿੱਥੇ ਇੱਕ ਪਾਸੇ 5 ਬੰਦੇ ਹੋਣ, ਦੂਸਰੇ ਪਾਸੇ 15 ਹੋਣ, ਇੱਕ ਪਾਸੇ 30, ਦੂਜੇ ਪਾਸੇ 50 ਹੋਣ, ਤੇ ਨੁਕਸਾਨ ਦੋਵਾਂ ਤਰ੍ਹਾਂ ਦਾ ਹੋਵੇ। ਜਿਵੇਂ ਭਾਰਤ ਪਾਕਿਸਤਾਨ ਵੰਡ ਵੇਲੇ ਹੋਏ ਸੀ, ਉਹ ਦੰਗੇ ਸੀ, ਦੋਵੇਂ ਪਾਸੇ ਲੋਕ ਮਰੇ ਸੀ। ਜਿੱਥੇ ਇੱਕ ਤਰਫਾ ਮਰਨ, ਉਹ ਦੰਗੇ ਨਹੀਂ ਹੁੰਦੇ, ਉਹ ਕਤਲੇਆਮ ਹੁੰਦਾ। ਦਿੱਲੀ ਵਾਲਾ ਵੀ ਕਤਲੇਆਮ ਸੀ, ਜਿੱਥੇ 3000 ਤੋਂ ਵੱਧ ਸਿੱਖਾਂ ਨੂੰ ਮਾਰਿਆ ਗਿਆ ਸੀ ਜੀ। ਗੁਜਰਾਤ ਵਿੱਚ 2002 'ਚ ਜੋ ਕੁਝ ਹੋਇਆ ਉਹ ਵੀ ਕਤਲੇਆਮ ਸੀ, ਜਿੱਥੇ ਮੁਸਲਮਾਨਾਂ ਨੂੰ ਮਾਰਿਆ ਗਿਆ ਸੀ। ਦਿੱਲੀ ਵਾਲੇ 'ਚ ਕਾਂਗਰਸ ਪਾਰਟੀ ਦੇ ਲੀਡਰ ਦੋਸ਼ੀ ਸਨ। ਜਿਹੜਾ ਗੁਜਰਾਤ ਵਾਲਾ, ਉਹਦੇ ਭਾਜਪਾ ਤੇ RSS ਨਾਲ ਜੁੜੇ ਲੋਕ ਦੋਸ਼ੀ ਸਨ। ਇਨਸਾਫ ਇੱਥੇ ਵੀ ਨਹੀਂ ਹੋਇਆ ਤੇ ਇਨਸਾਫ ਉੱਥੇ ਵੀ ਨਹੀਂ ਹੋਇਆ ਜੀ। ਹੁਣ ਵੀ ਕਈਆਂ ਲੋਕਾਂ ਨੂੰ ਆਸ ਹੈ ਕਿ ਇਨਸਾਫ ਹੋ ਸਕਦਾ। ਮੈਂ ਸਮਝਦਾ ਕਿ ਪਾਣੀ ਇੰਨਾ ਪੁਲਾਂ ਥੱਲੋਂ ਲੰਘ ਗਿਆ ਕਿ ਹੁਣ ਇਨਸਾਫ ਦੀ ਆਸ ਰੱਖਣਾ ਫਜ਼ੂਲ ਹੈ ਜੀ। ਇਹਦਾ ਇਨਸਾਫ ਮਿਲ ਨਹੀਂ ਸਕਦਾ। ਪੰਨੂ ਸਾਹਿਬ, ਬਹਿਬਲ ਕਲਾਂ ਗੋਲੀकांड ਕਾਫੀ ਚਰਚਾ ਵਿੱਚ ਇਹ ਕੇਸ ਰਿਹਾ। ਪਰਿਵਾਰ ਇਨਸਾਫ ਦੀ ਉਡੀਕ ਵਿੱਚ ਅਜੇ ਵੀ ਬੈਠੇ ਆ। ਹੁਣ ਚਰਚਾ ਹੈ ਕਿ ਗੱਲਬਾਤ ਸਾਰੀ ਅਦਾਲਤ ਤੱਕ ਜੋ ਰਿਪੋਰਟ ਸੀਗੀ ਪੇਸ਼ ਕਰ ਦਿੱਤੀ ਗਈ ਹੈ। ਕਿਵੇਂ ਦੇਖਦੇ ਹੋ ਇਸ ਸਭ ਨੂੰ? ਇਹਦੇ ਬਾਰੇ ਇੱਕ ਵਿਸ਼ੇਸ਼ ਜਾਂਚ ਟੀਮ ਬਣੀ ਸੀ। ਲੋਕੀ ਕਨਫਿਊਜ਼ ਕਰ ਦਿੰਦੇ। ਵਿਸ਼ੇਸ਼ ਜਾਂਚ ਟੀਮਾਂ 2 ਬਣੀਆਂ ਸੀ ਜੀ। ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਬਾਰੇ, ਜਿਹਦੀ ਅਗਵਾਈ ਪਹਿਲਾਂ DIG ਰਣਬੀਰ ਸਿੰਘ ਖੱਟਰੇ ਕੋਲ ਸੀ, ਤੇ ਅੱਜ ਕੱਲ੍ਹ ਉਹਦੇ ਤੋਂ ਉੱਪਰ ਜਿਹੜਾ ਇੱਕ ਹੋਰ ਸੀਨੀਅਰ ਆਫਿਸਰ ਆ, ਉਹਨੂੰ ਦੇ ਦਿੱਤੀ ਗਈ। ਦੂਸਰਾ ਕੇਸ ਸੀਗਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਬੇਅਦਬੀ ਹੋਣ ਤੋਂ ਬਾਅਦ ਰੋਸ ਕਰਦੀ ਸੰਗਤ ਦੇ ਉੱਤੇ ਗੋਲੀ ਚਲਾਈ ਗਈ ਬਹਿਬਲ ਕਲਾਂ ਤੇ ਕੋਟਕਪੂਰਾ 'ਚ ਜੀ। ਉਹਦੀ ਪੜਤਾਲ ਵਾਲੀ 5 ਮੈਂਬਰੀ ਜਿਹੜੀ ਟੀਮ ਬਣਾਈ ਗਈ। ਉਹਦਾ ਡਿਪਟੀ ਲੀਡਰ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ। ਪਹਿਲਾਂ ਤਾਂ ਲੀਡਰ ਜਿਹੜਾ ਸੀ ਉਹਨੇ ਕੋਈ ਕਾਰਵਾਈ ਨਹੀਂ ਕੀਤੀ। ਉਹ ਦਿਲਚਸਪੀ ਨਹੀਂ ਸੀ ਵਿਖਾ ਰਹੇ, ਜਾਂ ਤਾਂ ਟੀਮ 'ਚ ਕੋਈ ਮਤਭੇਦ ਸਨ ਜਾਂ ਕੋਈ ਕਾਰਨ ਸਨ। ਉਹਨੂੰ ਸਾਫ਼ ਕਹਿ ਦੇਣਾ ਚਾਹੀਦਾ ਸੀ ਮੈਂ ਨਹੀਂ ਚੱਲਣਾ। ਅਖੀਰ ਮਤਭੇਦ ਉੱਤੇ ਗਏ ਕਿ DGP ਤੱਕ ਮੀਟਿੰਗਾਂ ਹੋਈਆਂ ਤੇ ਫਿਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣਾ ਕੰਮ ਜਾਰੀ ਰੱਖਿਆ। ਇੱਕ ਪੜਾਅ ਦੇ ਉੱਤੇ ਜਾ ਕੇ
ਟੀਮ ਦਾ ਲੀਡਰ ਵੀ ਬਦਲ ਦਿੱਤਾ ਗਿਆ, ਪਰ ਟੀਮ ਫਿਰ ਵੀ ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ 'ਚ ਚੱਲਦੀ ਰਹੀ ਤੇ ਹੁਣ ਉਹ ਚਲਾਨ ਪੇਸ਼ ਹੋ ਚੁੱਕੇ ਆ। ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਹੈ। ਜ਼ਿਲ੍ਹੇ ਦੇ ਸਰਕਾਰੀ ਵਕੀਲ, ਡਿਸਟ੍ਰਿਕਟ ਅਟਾਰਨੀ ਤੇ ਡਿਪਟੀ ਡਿਸਟ੍ਰਿਕਟ ਅਟਾਰਨੀ ਦੋਵਾਂ ਨੂੰ ਨਾਲ ਬਿਠਾ ਕੇ ਉਹ 'ਚ ਉਹਨੇ ਆਖਿਆ ਜੀ ਅਸੀਂ ਸਾਰਾ ਕੰਮ ਆਪਣਾ ਕਰਤਾ, ਜੋ ਸਾਨੂੰ ਸੌਂਪਿਆ ਗਿਆ ਸੀ ਅਸੀਂ ਦੋਸ਼ੀਆਂ ਦੀ ਨਿਸ਼ਾਨਦੇਹੀ ਕਰ ਦਿੱਤੀ, ਅਸੀਂ ਸਬੂਤ ਪੇਸ਼ ਕਰ ਦਿੱਤੇ, ਅਸੀਂ ਹਲਫੀਆ ਬਿਆਨ ਐਫੀਡੇਵਿਟ ਜਿਹੜੇ ਅਦਾਲਤ ਵਿੱਚ ਪੇਸ਼ ਕਰਤੇ ਜੀ, ਕੁਝ ਦੋਸ਼ੀ ਗ੍ਰਿਫਤਾਰ ਕੀਤੇ। ਉਹਨੇ ਸਾਫ਼ ਆਖਿਆ ਕਿ ਸੱਚੇ ਸੌਦੇ ਵਾਲੇ ਬਾਬੇ ਨੂੰ 2015 'ਚ ਦਿੱਤੀ ਗਈ ਮਾਫੀ, ਜਿਹੜੀ ਸਾਰਿਆਂ ਨੂੰ ਪਤਾ ਕਿ ਮਾਫੀ ਉਹਨੇ ਮੰਗੀ ਨਹੀਂ ਜੀ, ਵੋਟਾਂ ਦੀ ਝਾਕ ਵਿੱਚ ਬਿਨਾਂ ਮੰਗੀ ਮਾਫੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨੂੰ ਦਵਾਈ ਗਈ ਸੀ। ਜਦੋਂ ਸੰਗਤ ਨੇ ਪ੍ਰਵਾਨ ਨਾ ਕੀਤੀ, ਅਕਾਲ ਤਖਤ ਦੇ ਜਥੇਦਾਰ ਦੇ ਪੁਤਲੇ ਬਣਾ ਕੇ ਪਹਿਲਾਂ ਪ੍ਰਕਰਮਾਂ 'ਚ ਘੜੀਸੇ ਤੇ ਫਿਰ ਬਾਹਰ ਲਿਆ ਕੇ ਘੜੀਸਣ ਤੋਂ ਬਾਅਦ ਕੁੱਟ-ਕੁੱਟ ਕੇ ਤੇ ਫੂਕੇ ਗਏ। ਪਹਿਲੀ ਵਾਰ ਇਤਿਹਾਸ 'ਚ ਹੋਇਆ ਕਿ ਅਕਾਲ ਤਖਤ ਦੇ ਜਥੇਦਾਰ ਦੇ ਪੁਤਲੇ ਫੂਕੇ ਜਾ ਰਹੇ ਜੀ ਤੇ ਸੜਕ ਤੇ ਘੜੀਸੇ ਜਾ ਰਹੇ। ਉਹ ਮਾਫੀ ਵਾਪਸ ਲੈਣੀ ਪਈ, ਬੇਇੱਜ਼ਤੀ ਹੋਈ। ਕੁੰਵਰ ਵਿਜੇ ਪ੍ਰਤਾਪ ਸਿੰਘ ਕਹਿੰਦੇ ਆ ਕਿ ਉਹਦੇ ਤੋਂ ਬਾਅਦ ਗਿਣੇ ਮਿਥੇ ਢੰਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਤੇ ਜਦੋਂ ਸੰਗਤ ਨੇ ਰੋਸ ਕੀਤਾ ਤੇ ਉਸ ਰੋਸ ਕਰਦੀ ਸੰਗਤ ਦੇ ਉੱਤੇ ਗੋਲੀ ਚਲਵਾਈ ਗਈ। ਉਹ 'ਚੋਂ ਕਹਿੰਦਾ ਕਿ ਅਸੀਂ ਇੱਕ ਆਈਜੀ, ਇੱਕ ਸਾਬਕਾ ਡੀਜੀਪੀ ਜੀ, ਐਸਐਸਪੀ, ਕੁਝ ਹੋਰ ਪੁਲਿਸ ਅਫਸਰ, ਪਲੱਸ ਉਹਨੇ ਆਖਿਆ ਜੀ ਉਸ ਵਕਤ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜੀ ਦੇ ਕੋਲ ਉਦੋਂ ਹੋਮ ਡਿਪਾਰਟਮੈਂਟ ਸੀ ਜੀ, ਤੇ ਗੋਲੀ ਪੁਲਿਸ ਨੇ ਚਲਾਈ ਅਤੇ ਉੱਤੇ ਸਿੱਧਾ ਦੋਸ਼ ਹੁੰਦਾ ਸੀ। ਉਹਨੇ ਕਿਹਾ ਜੀ ਫਿਲਮ ਸਟਾਰ ਅਕਸ਼ੇ ਕੁਮਾਰ, ਉਹਨੂੰ ਵੀ ਸੱਦ ਕੇ ਅਸੀਂ ਪੁੱਛਗਿੱਛ ਕੀਤੀ ਹੈ, ਪਰ ਉਹ ਦੋਸ਼ੀਆਂ 'ਚ ਸ਼ਾਮਲ ਨਹੀਂ ਕੀਤੇ। ਬਾਕੀ ਸਭ ਕੁਝ ਉਹਨੇ ਗੱਲਾਂ 'ਚ ਜੋ ਕਹਿਣਾ ਕਹਿ ਦਿੱਤਾ। ਉਹਨੇ ਕਿਹਾ ਚਲਾਨ ਬਣਾ ਦਿੱਤੇ, ਅਦਾਲਤ ਵਿੱਚ ਪੇਸ਼ ਕਰ ਦਿੱਤੇ ਆ, ਹੁਣ ਅਗਲਾ ਕੰਮ ਸਾਡਾ ਨਹੀਂ, ਅਦਾਲਤ ਦਾ ਜੋ ਕੁਝ ਹੋਣਾ ਉੱਥੇ ਆ। ਸਾਡੇ ਵੱਲੋਂ ਇਹ ਜਾਂਚ ਹੁਣ ਮੁਕੰਮਲ ਹੋ ਚੁੱਕੀ ਹੈ। ਯਾਨੀ ਜਿਹੜਾ ਕਹਿੰਦੇ ਸੀ ਨਾ ਕਿ ਹੋ ਨਹੀਂ ਸਕਣੀ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ 1 ਸਾਲ ਬਾਅਦ ਇਹ ਜਾਂਚ ਸੌਂਪੀ ਗਈ ਸੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਾਣ ਤੋਂ 1 ਸਾਲ ਪਹਿਲਾਂ ਉਹਨੇ ਮੁਕੰਮਲ ਕਰ ਦਿੱਤੀ ਹੈ ਜੀ। ਤੇ ਜੇ ਕਰ ਦਿੱਤੀ ਹੈ, ਆਪਣੇ ਵੱਲੋਂ ਨੇ ਕੰਮ ਮੁਕਾ ਦਿੱਤਾ। ਔਰ ਕੱਲਿਆਂ ਨਹੀਂ, ਪ੍ਰੈਸ ਕਾਨਫਰੰਸ ਵਿੱਚ ਡਿਸਟ੍ਰਿਕਟ ਅਟਾਰਨੀ ਤੇ ਡਿਪਟੀ ਡਿਸਟ੍ਰਿਕਟ ਅਟਾਰਨੀ ਨੂੰ ਬਿਠਾਉਣ ਦਾ ਮਤਲਬ ਇਹ ਹੈ ਕਿ ਕਿਸੇ ਨੇ ਸਵਾਲ ਕਰਨਾ ਤੇ ਕਾਨੂੰਨੀ ਪੱਖ ਤੋਂ ਵੀ ਕਰ ਲਓ। ਰੋਸ ਉਹਨੇ ਇਸ ਗੱਲ ਦਾ ਕੀਤਾ ਕਿ ਮੈਂ ਤਾਂ ਲੱਗੀ ਡਿਊਟੀ ਨਿਭਾ ਰਿਹਾ ਸੀ, ਕਾਨੂੰਨ ਮੁਤਾਬਕ ਸੀਗੀ ਜੀ, ਪਰ ਮੈਨੂੰ ਜ਼ਲੀਲ ਕੀਤਾ ਗਿਆ, ਮੈਨੂੰ ਧਮਕੀਆਂ ਦਿੱਤੀਆਂ ਗਈਆਂ, ਮੇਰੇ ਤੇ ਪ੍ਰੈਸ਼ਰ ਪਾਇਆ ਗਿਆ। ਕਹਿੰਦਾ ਜੋ ਕੁਛ ਇਸ ਜਾਂਚ ਦੇ ਦੌਰਾਨ ਮੇਰੇ ਨਾਲ ਹੋਇਆ ਤੇ ਟੀਮ ਨਾਲ ਹੋਇਆ, ਕਹਿੰਦਾ ਸਾਨੂੰ ਪਤਾ, ਇਸ ਵੇਲੇ ਨਹੀਂ, ਸਮਾਂ ਪਾ ਕੇ ਉਹ ਸਾਰੇ ਕੁਝ ਦਾ ਖੁਲਾਸਾ ਵੀ ਮੈਂ ਕਰਾਂਗਾ ਜ਼ਰੂਰ ਜੀ, ਕਿ ਜੇ ਇਮਾਨਦਾਰੀ ਨਾਲ ਪੜਤਾਲ ਕੀਤੀ ਜਾਵੇ ਤੇ ਉਹਦਾ ਹਸ਼ਰ ਕੀ ਹੁੰਦਾ ਤੇ ਕਿੰਨਾ ਕੁ ਪ੍ਰੈਸ਼ਰ ਤੇ ਕਿੰਨੀਆਂ ਕੁ ਧਮਕੀਆਂ ਤੇ ਕਿੰਨਾ ਕੁ ਦਬਾਅ ਸਹਿਣਾ ਪੈ ਜਾਂਦਾ। ਕਿ ਜੋ ਕੁਝ ਉਹਨੇ ਆਖਿਆ ਸਾਰੇ ਲੋਕਾਂ ਦਾ ਧਿਆਨ ਖਿੱਚਿਆ। ਨਵਜੋਤ ਸਿੰਘ ਸਿੱਧੂ ਨੂੰ ਲੰਚ ਦਾ ਸੱਦਾ ਮਿਲਿਆ, ਲੰਬੇ ਸਮੇਂ ਤੋਂ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਕਦੀ ਹਰੀਸ਼ ਰਾਵਤ, ਕਦੀ ਹਾਈ ਕਮਾਨ ਵਾਲੇ ਪਾਸਿਓਂ, ਪਰ ਹੁਣ ਕੀ ਲੱਗਦਾ ਗੱਲ ਬਣ ਜੂਗੀ? ਇੱਕ ਲੰਚ ਦਾ ਸੱਦਾ ਹੋਰ ਮਿਲ ਗਿਆ, ਅੱਗੇ ਕਿਹੜਾ ਨਹੀਂ ਮਿਲਿਆ, ਅੱਗੇ ਵੀ ਸੱਦਿਆ ਗਿਆ। ਇਹਦੇ 'ਚ ਕਿਤੇ ਨਾ ਕਿਤੇ ਸਮੱਸਿਆ ਆਉਂਦੀ ਹੈ, ਜਾਂ ਤਾਂ ਈਗੋ ਦੀ ਸਮੱਸਿਆ, ਜਾਂ ਇਹ ਹੈ ਕਿ ਮੰਗਾਂ ਦੋਵੇਂ ਪਾਸੇ ਖਾਸ਼ਾਂ ਵੱਧ ਨੇ ਜੀ। ਨਵਜੋਤ ਸਿੰਘ ਸਿੱਧੂ ਦਾ ਲੋਕਾਂ 'ਚ ਅਕਸ ਵਧੀਆ, ਇਹਦੇ 'ਚ ਕੋਈ ਸ਼ੱਕ ਨਹੀਂ। ਉਹਦੇ ਉੱਤੇ ਕਰਪਸ਼ਨ ਸਮੇਤ ਕਿਸੇ ਕਿਸਮ ਦਾ ਕਦੇ ਕੋਈ ਦੋਸ਼ ਨਹੀਂ ਲੱਗਾ। ਵੱਧ ਤੋਂ ਵੱਧ ਕੀ ਦੋਸ਼ ਲੱਗਦਾ ਕਿ ਉਹ 'ਚ ਮੈਂ ਬੜੀ ਹੈ ਜੀ, ਹਾਂ, ਇਹਦੋਂ ਵੱਧ ਉਹ 'ਚ ਵੀ ਦੋਸ਼ ਲੱਗਦਾ ਕਿ ਟੀਮ ਨਾਲ ਮਿਲ ਕੇ ਨਹੀਂ ਚੱਲਦਾ। ਉਹਨੂੰ ਇੰਨੇ ਚਿਰ ਦਾ ਮਈ 2019 ਤੋਂ ਆਪਣੇ ਘਰ 'ਚ ਚੁੱਪ ਵੱਟ ਕੇ ਬੈਠਾ, ਉਹਦੇ ਬਾਅਦ ਹੁਣ 20 ਮਹੀਨੇ ਤਾਂ ਹੋ ਚੱਲੇ ਆ, ਉਹ ਚੁੱਪ ਤੋੜ ਕੇ ਸਾਹਮਣੇ ਆਉਣਾ ਚਾਹੀਦਾ ਜੀ। ਅਗਲੇ ਸਾਲ ਵਿਧਾਨ ਸਭਾ ਦੀਆਂ ਚੋਣਾਂ, ਜੇ ਹੁਣ ਆਪਣੀ ਚੁੱਪ ਨਹੀਂ ਤੋੜਦਾ ਤੇ ਫਿਰ ਕਦੋਂ ਤੋੜੇਗਾ? ਤੋੜਨੀ ਚਾਹੀਦੀ ਹੈ। ਇਹਦੇ ਦੌਰਾਨ 2-3 ਵਾਰੀ ਕੋਸ਼ਿਸ਼ਾਂ ਹੋਈਆਂ ਪਰ ਕੋਸ਼ਿਸ਼ਾਂ ਸਿਰੇ ਨਹੀਂ ਚੜੀਆਂ ਜੀ, ਕਿਤੇ ਨਾ ਕਿਤੇ ਕੋਈ ਨਾ ਕੋਈ ਅੜਚਣ ਪੈ ਜਾਂਦੀ ਰਹੀ। ਹੁਣ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਦਾ ਦਿੱਤਾ। ਫਰਕ ਇਹ ਆ ਕਿ ਅੱਗੇ ਕੈਪਟਨ ਅਮਰਿੰਦਰ ਸਿੰਘ ਆਪ ਸੱਦਾ ਨਹੀਂ ਸੀ ਦਿੰਦਾ, ਕੇਂਦਰ ਦੀ ਹਾਈ ਕਮਾਂਡ ਕਹਿ ਦਿੰਦੀ ਸੀ ਕਿ ਤੁਸੀਂ ਲੰਚ ਕਰਿਓ ਜੀ, ਜਾਂ ਕੇਂਦਰ ਤੋਂ ਆਇਆ ਪੰਜਾਬ ਦੀ ਕਾਂਗਰਸ ਦਾ ਇੰਚਾਰਜ ਹਰੀਸ਼ ਰਾਵਤ ਕਹਿ ਦਿੰਦਾ ਸੀ ਕਿ ਮੈਂ ਤੁਹਾਨੂੰ ਦੋਵਾਂ ਨੂੰ ਬਿਠਾਉਣਾ, ਆ ਜਾਓ ਆਪਾਂ ਲੰਚ ਤੇ ਇਕੱਠੇ ਬੈਠੇ। ਇਸ ਵਾਰੀ ਕੇਂਦਰ ਦੀ ਉਹਨਾਂ ਦੀ ਹਾਈ ਕਮਾਂਡ ਕਾਂਗਰਸ ਦੀ ਵਿੱਚ ਸ਼ਾਮਲ ਨਹੀਂ ਗਈ ਜੀ, ਹਰੀਸ਼ ਰਾਵਤ ਸ਼ਾਮਲ ਨਹੀਂ ਗਿਆ, ਭਾਵੇਂ ਕੱਲ੍ਹ ਨੂੰ ਲੰਚ ਤੇ ਉਹ ਆ ਵੀ ਜਾਵੇ।
ਸੱਦਾ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਕਿ ਆਪਾਂ ਲੰਚ ਕਰੀਏ। ਜੇ ਤਾਂ ਦੋਵਾਂ ਦੀ ਤੈਅ ਬਹਿ ਜਾਂਦੀ ਹੈ, ਕਾਂਗਰਸ ਪਾਰਟੀ ਵਾਸਤੇ ਚੰਗਾ ਹੋਵੇਗਾ, ਪਰ ਸਵਾਲ ਇਹ ਹੈ ਕਿ ਤੈਅ ਕਿੱਥੇ ਬੈਠੇਗੀ ਜੀ। ਇਹਨੂੰ ਮੁੱਖ ਮੰਤਰੀ ਤਾਂ ਕਾਂਗਰਸ ਪਾਰਟੀ ਇਸ ਪੜਾਅ ਤੇ ਬਣਾਉਣ ਨੂੰ ਤਿਆਰ ਸ਼ਾਇਦ ਨਹੀਂ ਹੋ ਸਕਦੀ ਜੀ, ਬਿਲਕੁਲ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਾਸੇ ਕਰਨਾ ਔਖਾ। ਡਿਪਟੀ ਮੁੱਖ ਮੰਤਰੀ ਬਣਾਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਛੇਤੀ ਨਹੀਂ ਬਣਨਾ, ਕਿਉਂਕਿ ਜਦੋਂ ਬੀਬੀ ਰਜਿੰਦਰ ਕੌਰ ਭੱਠਲ ਨੂੰ ਡਿਪਟੀ ਮੁੱਖ ਮੰਤਰੀ ਬਣਾਇਆ ਸੀ ਤਾਂ ਤਜਰਬਾ ਬਹੁਤ ਕੌੜਾ ਰਿਹਾ ਸੀ। ਬਿਲਕੁਲ, ਬੀਬੀ ਰਜਿੰਦਰ ਕੌਰ ਦਾ ਜਿਹੜਾ ਤਜਰਬਾ ਸੀ ਉਹ ਤੇ ਪਹਿਲਾਂ ਕਾਂਗਰਸੀ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਨਾਲ ਵੀ ਕੌੜਾ ਰਿਹਾ ਸੀ ਤੇ ਕੈਪਟਨ ਅਮਰਿੰਦਰ ਸਿੰਘ ਨਾਲ ਵੀ। ਉਹਦਾ ਕਰਕੇ ਅਮਰਿੰਦਰ ਸਿੰਘ ਨੇ ਨਹੀਂ ਬਣਨਾ। ਫਿਰ ਕੀ ਹੋਵੇਗਾ? ਇਹਨੂੰ ਕੈਬਨਿਟ ਮੰਤਰੀ ਦੇ ਤੌਰ ਤੇ ਵੱਧ ਤੋਂ ਵੱਧ ਇਹ ਹੋ ਸਕਦਾ ਕਿ ਉਹ ਮਹਿਕਮਾ ਫਿਰ ਦੇ ਦਿੱਤਾ ਜਾਵੇ ਜਿਹੜਾ 2019 ਚ ਇਹਦੇ ਤੋਂ ਖੋਇਆ ਗਿਆ ਸੀ। ਲੋਕਲ ਬਾਡੀਜ਼ ਖੋਹ ਕੇ ਤੇ ਇਹਨੂੰ ਬਿਜਲੀ ਮੰਤਰੀ ਬਣਾਇਆ ਗਿਆ ਸੀ ਤੇ ਅਸਤੀਫਾ ਦੇ ਕੇ ਘਰ ਬਹਿ ਗਿਆ ਸੀ ਜੀ। ਜੇ ਉਹ ਇਹਦਾ ਸਟੇਟਸ ਬਹਾਲ ਕੀਤਾ ਜਾਵੇ ਕੀ ਉਹਦੇ ਉੱਤੇ ਜਾਣਗੇ? ਜਾਂ ਦੋ ਤਿੰਨ ਆਪਸ਼ਨਾਂ ਹੋਰ ਹੈ ਕਿ ਇਹਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ। ਜੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾ, ਫਿਰ ਇਹ ਕੰਮ ਕੇਂਦਰ ਵਾਲਿਆਂ ਨੂੰ ਕਰਨਾ ਚਾਹੀਦਾ ਤੇ ਉਹਨਾਂ ਨੂੰ ਇਹਦੇ ਤੋਂ ਪਹਿਲਾਂ ਸੁਨੀਲ ਜਾਖੜ ਨੂੰ ਲੰਚ ਤੇ ਸੱਦਣਾ ਚਾਹੀਦਾ ਜੀ, ਕਿਉਂਕਿ ਸੁਨੀਲ ਜਾਖੜ 'ਚ ਨੁਕਸ ਕੀ ਕੱਢਣਗੇ, ਉਹਨੂੰ ਪਾਸੇ ਕਰਕੇ ਇਹਨੂੰ ਕਿੱਦਾਂ ਬਣਾਇਆ ਜਾ ਰਿਹਾ। ਸੋ ਇਸ ਕਰਕੇ ਕਈ ਇਫਸ ਐਂਡ ਬਟਸ, ਕਿੰਤੂ ਪਰੰਤੂ ਅੱਧ ਵਿਚਾਲੇ ਕਈ ਘੁੰਮਦੇ ਫਿਰਦੇ ਆ। ਸਾਰਿਆਂ ਲੋਕਾਂ ਦੀ ਨਜ਼ਰ ਇਸ ਗੱਲ ਤੇ ਟਿਕੀ ਹੋਈ ਹੈ ਕਿ ਹੁਣ ਜਦੋਂ ਅਸੀਂ ਇਹ ਨਾ ਆਖੀਏ ਸਾਲ ਰਹਿ ਗਿਆ, 11 ਮਾਰਚ ਨੂੰ ਉਦੋਂ ਨਤੀਜੇ ਨਿਕਲੇ ਸੀ ਤੇ ਹੁਣ 11 ਮਾਰਚ ਤੋਂ 5 ਦਿਨ ਉੱਤੇ ਹੋ ਗਿਆ। ਇਹਦਾ ਮਤਲਬ ਅਗਲੀਆਂ ਚੋਣਾਂ ਨਤੀਜਿਆਂ ਤੱਕ 356 ਦਿਨ ਬਾਕੀ ਆ। ਜੇ ਅਜੇ ਵੀ ਕਾਂਗਰਸ ਪਾਰਟੀ ਕੋਈ ਫੈਸਲਾ ਕਰ ਲਵੇ ਠੀਕ ਹੈ, ਨਹੀਂ ਤੇ ਫਿਰ ਰੌਲਾ ਪੈਂਦਾ ਰਹੇਗਾ। ਪਰ ਸਾਹਿਬ ਇੱਕ ਗੱਲ ਹੋਰ ਸਮਝਾਓ ਕਿ ਜਿੱਦਾਂ ਚੋਣਾਂ ਹੋਈਆਂ ਪਹਿਲਾਂ ਸ਼ਹਿਰੀ ਚੋਣਾਂ, ਉਹਦੇ ਵਿੱਚ ਜਾਖੜ ਹੋਣਾ ਦੀ ਜ਼ਿੰਮੇਵਾਰੀ ਰਹੀ ਹੈ, ਉਹਨਾਂ ਨੇ ਭੂਮਿਕਾ ਆਪਣੀ ਨਿਭਾਈ ਆ, ਪਰ ਨਵਜੋਤ ਸਿੰਘ ਸਿੱਧੂ ਨੂੰ ਪੁਰਾਣਾ ਜੇਕਰ ਅਹੁਦਾ ਦਿੱਤਾ ਜਾਂਦਾ ਤੇ ਫਿਰ ਪਾਰਟੀ ਦੇ ਅੰਦਰੋਂ ਕਿਤੇ ਗੱਲਾਂ ਉੱਠਣੀਆਂ ਸ਼ੁਰੂ ਤਾਂ ਹੋ ਜਾਊਗੀਆਂ। ਜਦੋਂ ਪਾਰਟੀ ਨੇ ਇਹ ਗੱਲ ਸਮਝੋ, ਇੱਕ ਗੱਲ ਸਮਝੋ ਜੀ ਕਿ ਜਾਖੜ ਪੁਰਾਣੇ ਕਾਂਗਰਸੀ ਪਰਿਵਾਰ ਵਿੱਚੋਂ ਆ ਜੀ, ਉਹਨੂੰ ਕੋਈ ਵੀ ਅਹੁਦਾ, ਕੋਈ ਵੀ ਸੀਟ ਨਾ ਦਿੱਤੀ ਜਾਵੇ, ਉਹਨੇ ਫਿਰ ਵੀ ਕਾਂਗਰਸ ਪਾਰਟੀ ਨਹੀਂ ਛੱਡਣੀ। ਉਹ ਕਾਂਗਰਸ ਪਾਰਟੀ ਨਾਲ ਜਿਹੜੇ ਕਮਿਟਡ ਲੋਕ ਆ ਉਹਨਾਂ ਚੋਂ ਉਹਨੇ ਪਾਰਟੀ ਨਹੀਂ ਛੱਡਣੀ ਜੀ। ਉਹਨੇ ਅੱਗੇ ਵੀ 3-4 ਵਾਰ ਹੋਈ, ਪਰ ਉੱਦਾਂ ਸ਼ਾਇਦ ਕਈ ਲੋਕਾਂ ਨੂੰ ਬੁਰਾ ਲੱਗੂਗਾ ਕਿ ਉਹ ਤੋਂ ਕਿਉਂ ਛਡਾਇਆ ਗਿਆ ਜੀ। ਇਸ ਕਰਕੇ ਹੋ ਸਕਦਾ ਹਾਈ ਕਮਾਂਡ ਇਸ ਤਰ੍ਹਾਂ ਦਾ ਫੈਸਲਾ ਕਰਨ ਤੋਂ ਝਿਜਕ ਜਾਵੇ, ਪਰ ਜੋ ਵੀ ਹੈ ਨਜ਼ਰਾਂ ਭਲਕ ਵਾਲੇ ਲੰਚ ਤੇ ਹੈ ਕਿ ਉੱਥੇ ਕੀ ਹੁੰਦਾ। ਖੇਮਕਰਨ ਵਾਲੇ ਪਾਸੇ ਵੀ ਚੋਣ ਸਰਗਰਮੀਆਂ ਕਾਫੀ ਵਧੀਆ। ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਐਲਾਨਿਆ ਤੇ ਹੁਣ ਕੈਰੋਂ ਪਰਿਵਾਰ ਵੱਲੋਂ ਵੀ ਤਿਆਰੀ ਕੀਤੀ ਜਾ ਰਹੀ ਹੈ ਉਮੀਦਵਾਰ ਸਾਹਮਣੇ ਲਿਆਉਣ ਦੀ। ਇਹ ਕਿਵੇਂ ਦੇਖਦੇ ਹੋ ਇਸ ਨੂੰ? ਕੋਈ ਅਕਾਲੀ ਦਲ ਦੇ ਪ੍ਰਧਾਨ ਨੇ ਪਰਸੋਂ ਜਾ ਕੇ ਤੇ ਉੱਥੇ ਐਲਾਨ ਕਰ ਦਿੱਤਾ ਜੀ ਕਿ ਸਾਡੇ ਵੱਲੋਂ ਉਮੀਦਵਾਰ ਵਿਰਸਾ ਸਿੰਘ ਵਲਟੋਆ ਹੋਵੇਗਾ। ਪ੍ਰਧਾਨ ਜੀ ਦਾ ਸੁਖਬੀਰ ਸਿੰਘ ਬਾਦਲ ਦਾ ਸਕਾ ਜੀਜਾ ਉੱਥੇ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਉਹ ਪਿਛਲੇ 1 ਮਹੀਨੇ ਤੋਂ ਕਹਿੰਦਾ ਪਿਆ ਕਿ ਪੱਟੀ ਦਾ ਹਲਕਾ ਤਾਂ ਮੈਂ ਲੜਨਾ ਹੀ ਲੜਨਾ। ਖੇਮਕਰਨ ਤੋਂ ਵੀ ਸਾਡੇ ਕੈਰੋਂ ਪਰਿਵਾਰ ਦਾ ਇੱਕ ਜੀ ਚੋਣ ਲੜੇਗਾ ਜੀ। ਵਿਰਸਾ ਸਿੰਘ ਵਲਟੋਆ ਕਹਿੰਦਾ ਸੀ ਲੜੇਗਾ ਨਹੀਂ, ਇੱਥੇ ਵੜੇਗਾ ਤੱਕ ਨਹੀਂ ਕੋਈ ਕੈਰੋਂ ਪਰਿਵਾਰ ਦਾ ਜੀ, ਇਹ ਸੀਟ ਮੈਨੂੰ ਮਿਲੇਗੀ। ਅਕਾਲੀ ਦਲ ਨੇ ਉਹਦੇ ਨਾਂ ਦਾ ਐਲਾਨ ਕਰਤਾ। ਹੁਣ ਦੋ ਹੀ ਗੱਲਾਂ, ਜਾਂ ਤਾਂ ਇਹ ਹੈ ਕਿ ਐਲਾਨ ਹੁਣ ਕਰ ਦੇਣ ਤੇ ਵੇਲੇ ਦੇ ਵੇਲੇ ਜਾ ਕੇ ਕੈਰੋਂ ਪਰਿਵਾਰ ਨੂੰ ਸੀਟ ਦੇ ਦੇਣ ਤੇ ਵਿਰਸਾ ਸਿੰਘ ਨੂੰ ਕਹਿਣ ਤੇਰੀ ਵਿਰਾਸਤ ਅਸੀਂ ਸੰਭਾਲ ਕੇ ਰੱਖਣੀ, ਬਾਅਦ 'ਚ ਕਿਤੇ ਕੰਮ ਹੋਊਗੀ ਜੀ। ਦੂਸਰਾ ਇਹ ਹੈ ਕਿ ਸੀਟ ਵਿਰਸਾ ਨੂੰ ਦੇ ਦੇਣ ਤੇ ਅੱਗੇ ਜਿੱਦਾਂ ਅਕਾਲੀ ਦਲ 'ਚ ਚੱਲਦਾ ਹੁੰਦਾ ਕਿ ਟਿਕਟ ਢੀਂਡਸੇ ਨੂੰ ਦੇ ਦਿਓ ਤੇ ਜਿਤਾ ਕਿਸੇ ਹੋਰ ਨੂੰ ਦਿਓ, ਟਿਕਟ ਭਾਈ ਹਰਨਰਪਾਲ ਸਿੰਘ ਕੁੱਕੂ ਨੂੰ ਮੁਕਤਸਰ ਤੋਂ ਦੇ ਦਿਓ ਤੇ ਜਿਤਾ ਸੁਖਦਰਸ਼ਨ ਤੋਂ ਮਰਾੜ ਨੂੰ ਦਿਓ ਜੀ। ਇਹਦਾ ਕਈਆਂ ਥਾਵਾਂ ਤੇ ਹੁੰਦਾ ਰਿਹਾ, ਇਹ ਵੀ ਹੋ ਸਕਦਾ। ਹੁਣ ਨੂੰ ਇਹ ਵੀ ਹੋ ਸਕਦਾ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਅਗਵਾਈ 'ਚ ਕੈਰੋਂ ਪਰਿਵਾਰ ਕਾਂਗਰਸ ਵਿੱਚ ਚੱਲ ਜੇ। ਪ੍ਰਤਾਪ ਸਿੰਘ ਕੈਰੋਂ ਅਕਾਲੀਆਂ ਤੋਂ ਸ਼ੁਰੂ ਹੋਇਆ ਤੇ ਕਾਂਗਰਸ ਦਾ ਮੁੱਖ ਮੰਤਰੀ ਬਣਿਆ ਜੀ। ਉਹਦੇ ਬਾਅਦ ਆਦੇਸ਼ ਪ੍ਰਤਾਪ ਦਾ ਬਾਪ ਸੁਰਿੰਦਰ ਸਿੰਘ ਕੈਰੋਂ ਅਕਾਲੀਆਂ ਤੋਂ ਸ਼ੁਰੂ ਹੋਇਆ ਤੇ ਕਾਂਗਰਸ ਦਾ MP ਬਣਿਆ। ਇਹ ਵੀ ਅਕਾਲੀਆਂ ਤੋਂ ਸ਼ੁਰੂ ਹੋਇਆ, ਕੱਲ੍ਹ ਨੂੰ ਕਾਂਗਰਸ ਵਿੱਚ ਜਾ ਕਿਉਂ ਨਹੀਂ ਜਾ ਸਕਦਾ? ਪਰ ਜੇ ਨਾ ਵੀ ਹੋਵੇ ਤੇ ਆਜ਼ਾਦ ਵੀ ਖਲੋ ਜਾਵੇ ਦੋਵਾਂ ਸੀਟਾਂ ਦੇ ਉੱਤੇ, ਬਾਰਡਰ ਤੇ ਇੱਕ ਬੈਲਟ ਹੈਗੀ ਹੈ ਜਿਸ 'ਚ ਇਹਨਾਂ ਦਾ ਪੱਕਾ ਅਸਰ ਹੈ ਜੀ। ਕੋਈ ਨਤੀਜੇ ਹਾਸੋਈ ਨੇ ਵੀ ਹੈਰਾਨੀ ਵਾਲੇ ਵੀ ਕੱਢ ਸਕਦਾ। ਇਹ ਸਭ ਕੁਝ ਅਜੇ ਕੀ ਹੋਣਾ ਪਤਾ ਨਹੀਂ, ਪਰ ਜਿਹੜੀ ਗੱਲ ਨੋਟ ਕਰਨ ਵਾਲੀ ਉਹ ਇਹ ਕਿ ਸੁਖਬੀਰ ਸਿੰਘ ਬਾਦਲ ਐਲਾਨ ਕਰਕੇ ਆਇਆ ਤੇ ਉਸ ਤੋਂ ਬਾਅਦ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਨਹੀਂ, ਸੁਖਬੀਰ ਸਿੰਘ ਦੀ ਭੈਣ ਨੇ ਐਲਾਨ ਕੀਤਾ ਜੀ ਕਿ ਉਹ ਜੋ ਮਰਜ਼ੀ ਅਕਾਲੀ ਦਲ ਵੱਲੋਂ ਐਲਾਨ ਕਰੀ ਜਾਣ, ਕੈਰੋਂ ਪਰਿਵਾਰ ਵੱਲੋਂ ਬੀਬੀ ਪ੍ਰਨੀਤ ਕੌਰ ਸੁਖਬੀਰ ਸਿੰਘ ਦੀ ਭੈਣ ਜਿਹੜੀ ਆ ਉਹ ਖੇਮਕਰਨ ਤੋਂ ਚੋਣ ਲੜੇਗੀ ਜੀ। ਪਰ ਸਾਹਿਬ, ਕਰੋਨਾ ਵਾਇਰਸ ਦੀ ਇਨਫੈਕਸ਼ਨ ਹੁਣ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਕਈ ਦੇਸ਼ਾਂ ਵਿੱਚ। ਇੱਕ ਵੈਕਸੀਨ ਸੀ ਐਸਟਰਾਜੈਨਿਕਾ, ਉਹਦੇ ਉੱਪਰ ਕਈ ਦੇਸ਼ਾਂ ਨੇ ਪਾਬੰਦੀ ਲਗਾਤੀ, ਉਹਦੀ ਵਰਤੋਂ ਨਹੀਂ ਕਰਨੀ। ਭਾਰਤ ਵਿੱਚ ਅਜੇ ਵੀ ਉਹਦੀ ਵੈਕਸੀਨ ਦਿੱਤੀ ਜਾ ਰਹੀ ਹੈ, ਇਹ ਕੀ ਕਾਰਨ ਹੈ? ਸਵੀਡਨ,
ਡੈਨਮਾਰਕ, ਨੀਦਰਲੈਂਡ, ਫਰਾਂਸ, ਜੀ ਲਾਟਵੀਆ, ਕਿੰਨੇ ਸਾਰੇ ਵਿਕਸਿਤ ਦੇਸ਼ ਨੇ ਜਿਨ੍ਹਾਂ ਨੇ ਉੱਤੇ ਪਾਬੰਦੀ ਲਾਤੀ। ਉਹ ਕਹਿੰਦੇ ਜੀ ਇਹਦੇ ਮਾੜੇ ਅਸਰ ਨਿਕਲੇ। ਜੀ ਇਹ ਸਵਾਲ ਖੜਾ ਹੋ ਗਿਆ ਕਿ ਭਾਰਤ ਵਿੱਚ ਉਹ ਵੈਕਸੀਨ ਬਣਦੀ ਹੈ ਐਸਟਰਾਜ਼ੈਨੇਕਾ ਦੀ, ਜੀ ਤੇ ਪਾਬੰਦੀ ਉਹਨਾਂ ਦੇਸ਼ਾਂ ਲਾਈ ਹੈ, ਤੇ ਭਾਰਤ ਸਰਕਾਰ ਤੇ ਇਹਦੀਆਂ ਸਿਫਤਾਂ ਕਰਦੀ ਨਹੀਂ ਥੱਕਦੀ। ਵਰਲਡ ਹੈਲਥ ਆਰਗੇਨਾਈਜੇਸ਼ਨ ਵੀ ਇਹਦੀਆਂ ਸਿਫਤਾਂ ਕਰ ਰਹੀ ਹੈ, ਤੇ ਫਿਰ ਉੱਥੇ ਅਸਰ ਕਿਉਂ ਪਿਆ ਮਾੜਾ? ਤੇ ਜੇ ਉੱਥੇ ਮਾੜਾ ਪਿਆ ਤਾਂ ਭਾਰਤ ਵਿੱਚ ਵੀ ਬੰਦ ਕਰੋ। ਹੁਣ ਜਿਹੜੀਆਂ ਗੱਲਾਂ ਆਈਆਂ ਦੋ ਧਿਆਨ ਨਾਲ ਸਮਝਣ ਵਾਲੀਆਂ। ਜੀ ਇੱਕ ਤਾਂ ਇਹ ਆਈ ਹੈ ਕਿ ਫੇਸਬੁੱਕ ਦੇ ਉੱਤੇ 111 ਫੇਕ ਅਕਾਊਂਟ ਨੇ, 40 ਅਕਾਊਂਟ ਜਿਹੜੇ ਇਹਦੇ ਖਿਲਾਫ ਲਗਾਤਾਰ ਪ੍ਰਚਾਰ ਕਰ ਰਿਹਾ, ਉਹਨਾਂ ਦੀ ਪਛਾਣ ਹੋ ਚੁੱਕੀ ਹੈ। ਦੂਜੀ ਗੱਲ, ਜਿਹੜੀ ਐਸਟਰਾਜ਼ੈਨੇਕਾ ਦੀ ਵੈਕਸੀਨ ਭਾਰਤ ਵਿੱਚ ਬਣਦੀ ਹੈ, ਜੀ ਸਾਡਾ ਸੀਰਮ ਇੰਸਟੀਚਿਊਟ ਦੁਨੀਆ ਦੇ ਵਿੱਚ ਵੈਕਸੀਨ ਬਣਾਉਣ ਵਾਸਤੇ ਸਭ ਤੋਂ ਵੱਡਾ ਗਿਣਿਆ ਜਾਂਦਾ, ਉਹ ਬਣਾ ਰਿਹਾ। ਉਹ ਇਕੱਲੀ ਇੱਥੇ ਨਹੀਂ ਬਣਦੀ, ਉਹ ਯੂਰਪ ਦੇ ਵਿੱਚ ਵੀ ਬਣ ਰਹੀ ਹੈ, ਔਰ ਉੱਥੇ ਜਿਹੜੀ ਐਂਗਲੋ ਸਵੀਡਿਸ਼ ਫਰਮ ਵੱਲੋਂ ਬਣਾਈ ਜਾ ਰਹੀ ਹੈ। ਜੀ ਯੂਰਪ ਦੇ ਦੇਸ਼ਾਂ ਵਿੱਚ ਜਿਨ੍ਹਾਂ 15-16 ਦੇਸ਼ਾਂ 'ਚ ਰੋਕ ਲਾਈ ਗਈ ਹੈ, ਉਹਨਾਂ ਸਾਰਿਆਂ 'ਚੋਂ ਯੂਰਪ ਵਾਲੀ ਦਵਾਈ ਵਰਤੀ ਗਈ ਹੈ, ਭਾਰਤ ਵਾਲੀ ਉੱਥੇ ਨਹੀਂ ਗਈ। ਔਰ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਆਖਿਆ ਕਿ ਜਿਹੜੇ ਦੇਸ਼ਾਂ ਵਿੱਚ ਦਵਾਈ ਦਾ ਮਾੜਾ ਅਸਰ ਨਿਕਲਿਆ, ਜੀ ਉਹਨਾਂ ਸਾਰਿਆਂ ਦੇ ਵਿੱਚ ਦਵਾਈ ਉਹ ਸੀ ਜਿਹੜੀ ਯੂਰਪ ਵਿੱਚ ਬਣੀ ਹੋਈ ਸੀ, ਭਾਰਤ ਵਾਲੀ ਦਵਾਈ ਉੱਥੇ ਨਹੀਂ ਗਈ। ਭਾਰਤ ਵਾਲੀ ਦਵਾਈ ਜਿੱਥੇ ਜਿੱਥੇ ਗਈ ਆ, ਉੱਥੋਂ ਕਿਸੇ ਵੀ ਥਾਂ ਤੋਂ ਅਜੇ ਤੱਕ ਇਹਦੀ ਇੱਕ ਵੀ ਮਾੜੀ ਰਿਪੋਰਟ ਨਹੀਂ ਆਈ। ਇਸ ਕਰਕੇ ਭਾਰਤੀ ਲੋਕਾਂ ਨੂੰ ਤਸੱਲੀ ਰੱਖਣੀ ਚਾਹੀਦੀ ਹੈ ਜੀ ਕਿ ਤੁਹਾਡੇ ਕੋਲ ਛਤਰੀ ਚੱਜ ਦੀ ਹੈਗੀ ਹੈ ਜਿਹੜੀ ਗੜੇਮਾਰ ਤੋਂ ਬਚਾ ਸਕਦੀ ਹੈ, ਤੁਹਾਨੂੰ ਕੋਈ ਖਤਰਾ ਨਹੀਂ। ਪਰ ਜਿਹੜੀ ਯੂਰਪ ਵਾਲੀ ਵੀ ਦਵਾਈ, ਜਦੋਂ ਸਾਰਾ ਫਾਰਮੂਲਾ ਇੱਥੇ ਹੈ, ਇਹਦਾ ਮਤਲਬ ਦਵਾਈ ਬਣਾਉਣ ਲੱਗਿਆ ਕਿਤੇ ਨਾ ਕਿਤੇ ਮੈਨੂਫੈਕਚਰਿੰਗ ਦੇ ਵਿੱਚ ਕੁਝ ਨੁਕਸ ਇਹੋ ਜਿਹੇ ਰਹਿ ਜਾਂਦੇ ਆ ਜਿਹੜੇ ਉੱਥੋਂ ਵਾਲੀ ਕੰਪਨੀ ਤੋਂ ਦੂਰ ਨਹੀਂ ਹੋਏ ਤੇ ਇੱਥੋਂ ਵਾਲੀ ਕੰਪਨੀ ਨੇ ਕਰ ਲਿਆ। ਜੀ ਤੇ ਉਹ ਜਾਂ ਨੁਕਸ ਰਹਿ ਗਿਆ ਜਾਂ ਸਾਬੋਤਾਜ ਹੋਇਆ ਜਾਂ ਕੀ ਹੋਇਆ ਪਤਾ ਨਹੀਂ। ਉਹਨਾਂ ਦੇਸ਼ਾਂ ਨੇ ਉਹਦੇ ਉੱਤੇ ਪਾਬੰਦੀ ਲਈ। ਉਹਦੇ 'ਚ ਭਾਰਤ ਵਾਲੀ ਵੈਕਸੀਨ ਨਾ ਇੱਕੋ ਆ, ਫਾਰਮੂਲਾ ਇੱਕੋ ਆ ਜੀ, ਪਰ ਇਹਦੇ ਵਿੱਚ ਨੁਕਸ ਅਜੇ ਤੱਕ ਨਹੀਂ ਨਿਕਲਿਆ। ਪਰ ਸਰ ਜਦੋਂ ਵੋਟ ਪਾਉਂਦੇ ਆ ਤੇ ਇੱਕ ਈਵੀਐਮ ਮਸ਼ੀਨ ਤੇ ਬਟਨ ਹੁੰਦਾ ਨੋਟਾ। ਹੁਣ ਜੇਕਰ ਉਹਦਾ ਇਸਤੇਮਾਲ ਜ਼ਿਆਦਾ ਕੀਤਾ ਗਿਆ ਤੇ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਚੋਣਾਂ ਰੱਦ ਵੀ ਹੋ ਸਕਦਾ ਹੈ, ਹੋ ਜਾਣ, ਕੀ ਇਹ ਸਹੀ ਆ? ਜਿਹੜਾ ਨੋਟਾ ਹੈ ਨਾ ਜੀ, ਉਹ ਇੱਕ ਬਟਨ ਨਾਲ ਲਾਇਆ ਜਿਹਦੇ ਵਿੱਚ ਵੋਟਰ ਇਹ ਕਹਿੰਦਾ ਕਿ ਉੱਪਰ ਦੱਸੇ ਜਿੰਨੇ ਵੀ ਉਮੀਦਵਾਰ ਨੇ, ਜੀ ਮੈਂ ਉਹਨਾਂ ਸਾਰਿਆਂ ਨੂੰ ਰਿਜੈਕਟ ਕਰਦਾ, ਇਹ ਸਾਰੇ ਹੀ ਕੰਮ ਦੇ ਨਹੀਂ। ਮੇਰੀ ਸਮਝ ਇਹ ਆ ਕਿ ਇਹਨਾਂ ਸਾਰਿਆਂ 'ਚੋਂ ਕਿਸੇ ਨੂੰ ਵੀ ਵੋਟ ਨਹੀਂ ਪਾਈ ਜਾ ਸਕਦੀ। ਮੇਰੀ ਜ਼ਮੀਰ ਕਹਿੰਦੀ ਹੈ ਕਿ ਇਹਨੂੰ ਵੋਟ ਨਾ ਪਾਓ। ਇਹ ਬੜੇ ਚਿਰ ਦਾ ਰੌਲਾ ਪੈਂਦਾ ਸੀ ਕਿ ਇੱਕ ਬਟਨ ਨੋਟਾ ਦਾ ਲਾ ਦਿਓ ਜੀ, ਕਿ ਜਿਹੜਾ ਆਦਮੀ ਬੂਥ ਤੱਕ ਜਾਂਦਾ ਵੀ ਹੈ ਗਰਮੀ 'ਚ, ਉੱਥੇ ਲਿਸਟ ਪੜ੍ਹ ਕੇ ਸਮਝਦਾ ਕਿ ਇਹੋ ਜਿਹੇ ਇੰਨੇ ਲੋਕ ਹੈ ਤੇ ਮੈਂ ਇਹਨਾਂ ਨੂੰ ਵੋਟ ਨਹੀਂ ਪਾਉਣੀ। ਜੀ ਉਹਦੇ ਵਾਸਤੇ ਇੱਕ ਬਟਨ ਲਾ ਦਿਓ ਨੋਟਾ ਦਾ। ਜਿਹੜਾ ਉਹ ਬਟਨ ਲਾਇਆ ਗਿਆ, ਉਹ ਜਦੋਂ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਤੇ ਉਹਨੂੰ ਬਹੁਤ ਥਾਵਾਂ ਤੇ ਇਹੋ ਜਿਹੀਆਂ ਵੋਟਾਂ ਪੈ ਗਈਆਂ ਕਿ ਜਿਹੜਾ ਜਿੱਤਣ ਵਾਲੇ ਤੇ ਹਾਰਨ ਵਾਲੇ ਦੇ ਵਿਚਾਲੇ ਫਰਕ ਹੈ, ਮਾਰਜਨ ਹੈ, ਕਈਆਂ ਹਲਕਿਆਂ 'ਚ ਨੋਟਾ ਦੀ ਵੋਟ ਉਸ ਮਾਰਜਨ ਨਾਲੋਂ ਵੱਧ ਸੀ। ਫਿਰ ਉੱਠਿਆ ਕਿ ਜੇ ਨੋਟਾ ਵਾਲੀ ਵੋਟ ਮਾਰਜਨ ਨਾਲੋਂ ਵੱਧ ਸੀ ਤੇ ਫਲਾਣੇ ਨੂੰ ਪੈ ਜਾਂਦੀ, ਉਹ ਜਿੱਤ ਸਕਦਾ ਹੈ, ਫਲਾਣਾ ਜਿੱਤਿਆ ਹਾਰ ਸਕਦਾ ਸੀ। ਬਿਲਕੁਲ ਇਹ ਸਵਾਲ ਉੱਠਿਆ। ਕਈਆਂ ਥਾਵਾਂ ਦੇ ਉੱਤੇ ਵੋਟ ਬਹੁਤ ਜ਼ਿਆਦਾ ਪਈ। ਆ 2019 ਦੀਆਂ ਚੋਣਾਂ ਹੋਈਆਂ ਨੇ ਪਾਰਲੀਮੈਂਟ ਦੀਆਂ, ਇਹਦੇ ਵਿੱਚ 6 ਲੱਖ ਤੋਂ ਵੱਧ, ਸ਼ਾਇਦ 6,30,32,000 ਲੋਕਾਂ ਨੇ ਸਾਰੇ ਦੇਸ਼ ਦੇ ਵਿੱਚ ਨੋਟਾ ਦੇ ਬਟਨ ਦਬਾਏ। ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਇਹਦੇ 'ਚੋਂ 1,54,000 ਲੋਕਾਂ ਨੇ ਪੰਜਾਬ 'ਚ ਦਬਾਏ। ਇੰਨੀ ਵੱਡੀ ਗਿਣਤੀ 'ਚ ਜਿਹੜੇ ਇੱਥੇ ਬਟਨ ਦਬਾਏ ਜਾਣੇ ਆ, ਪੰਜਾਬ ਵਿੱਚੋਂ ਵੀ ਸ਼ਾਇਦ ਸਭ ਤੋਂ ਵੱਧ ਫਰੀਦਕੋਟ 'ਚ ਦਬਾਏ ਗਏ, 19-20 ਦੇ ਲੱਗੇ ਇਹਨੇ ਦਬਾਏ ਜਾਣੇ ਆ। ਇਹ ਹੁਣ ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਚਲੀ ਗਈ ਆ ਕਿ ਜਿਹੜੇ ਹਲਕਿਆਂ 'ਚ ਵੋਟ ਹਾਰ ਜਿੱਤ ਦੇ ਮਾਰਜਨ ਤੋਂ ਵੱਧ ਆ, ਜਾਂ ਜਿਹੜੀਆਂ 46-47 ਪਾਰਟੀਆਂ ਇਸ ਵੇਲੇ ਪਾਰਲੀਮੈਂਟ ਵਿੱਚ ਪ੍ਰਤੀਨਿਧਤਾ ਕਰਦੀਆਂ, ਕਿਸੇ ਦਾ 1 ਮੈਂਬਰ ਆ, ਕਿਸੇ ਦਾ 100, ਕਿਸੇ ਦਾ 300 ਜੀ, 300 ਤੋਂ ਵੱਧ ਵੋਟ ਸੀਟਾਂ ਵਾਲੀ ਭਾਜਪਾ ਵੀ ਆ, ਇੱਕ ਸੀਟ ਵਾਲੀਆਂ ਪਾਰਟੀਆਂ ਵੀ ਹੈਗੀਆਂ ਜੀ। ਉਹਨਾਂ ਦੇ ਵਿੱਚੋਂ 30 ਦੇ ਕਰੀਬ ਪਾਰਟੀਆਂ ਉਹ ਆ ਜਿਨ੍ਹਾਂ ਦੀ ਸਾਰੇ ਦੇਸ਼ ਵਿੱਚ ਕੁੱਲ ਵੋਟ ਉਨੀ ਨਹੀਂ ਬਣਦੀ ਜਿੰਨੀ ਨੋਟਾ ਦੀ ਕੁੱਲ ਵੋਟ ਬਣਦੀ ਹੈ। ਤੇ ਇਹ ਅਰਜ਼ੀ ਚਲੀ ਗਈ ਹੈ ਕਿ ਇਹੋ ਜਿਹੀਆਂ ਪਾਰਟੀਆਂ ਨੂੰ ਰਿਜੈਕਟਡ ਸਮਝ ਕੇ, ਕਿਉਂਕਿ ਇਹਨਾਂ ਤੋਂ ਨੋਟਾ ਵੱਧ ਹੈ, ਇਹਨਾਂ ਪਾਰਟੀਆਂ ਤੇ ਪਾਬੰਦੀ ਲਾ ਦਿਓ। ਅੱਗੋਂ ਸਵਾਲ ਉੱਠ ਪਿਆ ਕਿ ਕਿਸੇ ਹਲਕੇ 'ਚ ਸਾਰੇ ਲੋਕ ਨੋਟਾ ਹੀ ਪਾ ਦੇਣ, ਜੀ ਨੋਟਾ ਦੀਆਂ ਵੋਟਾਂ ਵੱਧ ਹੋ ਜਾਣ, ਇਹ 60% ਚੱਲ ਜਾਣ, ਸਾਹਮਣੇ ਖੜੇ 3 ਉਮੀਦਵਾਰਾਂ ਦੀਆਂ ਰਲਾ ਕੇ 40% ਬਣਦੀਆਂ ਹੋਣ, ਉਹ ਹਲਕਾ ਰੱਦ ਹੋ ਜੇ, ਫਿਰ ਕੀ ਬਣੇਗਾ?
ਕਹਿੰਦੇ ਜੀ ਉਸ ਹਲਕੇ 'ਚ ਦੁਬਾਰਾ ਚੋਣ ਕਰਾਓ, ਨਵੇਂ ਉਮੀਦਵਾਰ ਖੜੇ ਕਰੋ, ਉਹਨਾਂ ਸਾਹਿਬ ਰੱਦ ਕਰ ਦਿਓ। ਉਹ ਕਹਿੰਦੇ ਜੀ ਦੁਬਾਰਾ ਵੀ ਨਾ ਰੱਦ ਕਰਦੇ ਫਿਰ ਕੀ ਹੋਊਗਾ, ਜੀ ਹੋਰ ਰੱਦ ਕਰਤੇ ਫਿਰ ਕੀ ਹੋਵੇਗਾ। ਉਹ ਕਹਿੰਦੇ ਪਾਰਟੀਆਂ ਫਿਰ ਚੱਜ ਦਾ ਬੰਦਾ ਖੜਾ ਕਰਨ, ਲੋਕੀ ਉਹਨੂੰ ਵੋਟਾਂ ਪਾ ਦੇਣ ਜਿਹੜਾ ਚੱਜ ਦਾ ਹੋਵੇ, ਉਹਨਾਂ 'ਚ ਹਲਕਾ ਖਾਲੀ ਰੱਖੋ। ਇੱਕ ਸਵਾਲ ਇਹ ਆ ਕਿ ਇਸ ਤਰ੍ਹਾਂ ਤਾਂ ਫਿਰ ਪਾਰਲੀਮੈਂਟ ਦੇ ਵਿੱਚ ਉਹ ਹਲਕਾ ਜਿਹੜਾ ਉਹਦੀ ਰਿਪਰੈਜ਼ੈਂਟੇਸ਼ਨ ਨਹੀਂ ਹੋਵੇਗੀ, ਉਹਨਾਂ ਦਾ ਕੋਈ ਪ੍ਰਤੀਨਿਧੀ ਨਹੀਂ ਹੋਵੇਗਾ ਜੀ। ਇਹਨੂੰ ਰੋਕਣ ਵਾਸਤੇ ਇਹ ਹੈ ਕਿ ਨੋਟਾਂ ਦੀਆਂ ਵੋਟਾਂ ਵੱਖਰੀਆਂ ਜਿਹੜੀਆਂ ਗਿਣਤੀਆਂ ਕੀਤੀਆਂ ਜਾਣ, ਉਸ ਬੰਦੇ ਨੂੰ ਜਿਹੜਾ ਜਿੱਤ ਵੀ ਜਾਵੇ ਸ਼ਰਮਿੰਦੇ ਕਰਨ ਵਾਸਤੇ ਰੱਖਣੀਆਂ ਜਾਣ, ਪਰ ਜਿਹੜੀਆਂ ਵੋਟਾਂ ਉਮੀਦਵਾਰਾਂ ਨੂੰ ਪਈਆਂ ਨੇ ਉਹਦੇ ਆਧਾਰ ਤੇ ਫੈਸਲਾ ਹੋ ਜੇ। ਉਹਦੇ 'ਚ ਇੱਕ ਦਲੀਲ ਆ ਗਈ ਆ, ਕਹਿੰਦੇ ਜੀ ਫੀਸਦੀਆਂ ਛੱਡੋ, ਤੁਸੀਂ ਇਹ ਸਮਝੋ ਕਿ ਇੱਕ ਹਲਕੇ 'ਚ 100 ਬੰਦੇ ਆ ਜੀ, 100 ਦੇ ਵਿੱਚੋਂ 99 ਬੰਦਿਆਂ ਨੇ ਨੋਟਾਂ ਤੇ ਮੋਹਰ ਲਾਤੀ, ਅਸੀਂ ਕਿਸੇ ਨੂੰ ਪਾਉਣੀ ਨਹੀਂ। ਇੱਕ ਬੰਦੇ ਨੇ ਜਾ ਕੇ ਇੱਕ ਉਮੀਦਵਾਰ ਨੂੰ ਵੋਟ ਪਾਤੀ ਜੀ। ਇਹਦਾ ਮਤਲਬ ਤੁਸੀਂ ਪੋਜ਼ਿਟਿਵ ਵੋਟ ਇੱਕੋ ਗਿਣੋਗੇ ਤੇ ਜਿਹਨੂੰ ਪੈ ਗਈ ਉਹ ਜਿੱਤ ਜਾਵੇਗਾ, ਤੇ ਜਿਹੜੀਆਂ 99 ਵੋਟਾਂ ਉਹਦੇ ਖਿਲਾਫ ਨੇ ਉਹ ਐਵੇਂ ਗਈਆਂ। ਇਹ ਕਾਹਦੀ ਲੋਕ ਰਾਜ ਵਾਲੀ ਡੈਮੋਕ੍ਰੇਸੀ ਹੈ, ਲੋਕਤੰਤਰ ਕਾਹਦਾ। ਜੀ ਸੋ ਬਹੁਤ ਮੁੱਦੇ ਨੇ ਜਿਨ੍ਹਾਂ ਉੱਤੇ ਗੱਲ ਹੋਣੀ ਚਾਹੀਦੀ ਹੈ। ਇਹ ਹੁਣ ਮੁੱਦਾ ਵਿਚਾਰਨ ਵਾਸਤੇ ਸੁਪਰੀਮ ਕੋਰਟ ਨੇ ਆਖਿਆ ਅਸੀਂ ਤਿਆਰ ਹਾਂ, ਅਸੀਂ ਇੱਥੇ ਵਿਚਾਰ ਕਰਾਂਗੇ। ਇੱਦਾਂ ਦੇ ਬਹੁਤ ਸਾਰੇ ਮੁੱਦੇ ਆ। ਅੱਗੇ ਹੁੰਦਾ ਸੀ ਜੇ ਕਿਸੇ ਹਲਕੇ 'ਚੋਂ ਕਿਸੇ ਉਮੀਦਵਾਰ ਨੂੰ 6ਵੇਂ ਹਿੱਸੇ ਤੋਂ ਜਿੰਨੀਆਂ ਵੋਟਾਂ ਪਈਆਂ ਨੇ ਉਹਦੇ 6ਵੇਂ ਹਿੱਸੇ ਤੋਂ ਘੱਟ ਵੋਟਾਂ ਮਿਲਣ, ਉਹਦੀ ਜਮਾਤ ਜ਼ਬਤ ਹੁੰਦੀ ਸੀ। ਇੱਕ ਮੌਕਾ ਇਹੋ ਜਿਹਾ ਆਇਆ ਸੀ ਮਨੀਪੁਰ ਆਊਟਰ ਸੀਟ ਤੋਂ, ਜਿੱਥੇ ਕਮਿਊਨਿਸਟ ਪਾਰਟੀ ਦਾ ਨਿਗੰਗਮ ਮਹਿੰਦਰਾ ਸਿੰਘ ਅੱਜ ਤੋਂ ਕੋਈ 35-40 ਸਾਲ ਪਹਿਲਾਂ ਜਿੱਤ ਗਿਆ ਸੀ। ਉਧਰੋਂ ਜਿੱਤ ਗਿਆ, ਉਧਰੋਂ 12-13 ਜਣੇ ਖੜੇ ਸੀ, ਵੋਟਾਂ ਇੰਨੀ ਥਾਈਂ ਵੰਡੀਆਂ ਗਈਆਂ ਕਿ ਉਹ ਜਿੱਤਣ ਦੇ ਬਾਵਜੂਦ ਆਪਣੇ ਹਲਕੇ 'ਚੋਂ ਵੋਟ ਪੋਲ ਜਿਹੜੀਆਂ ਹੋਈਆਂ ਉਹਨਾਂ ਦਾ 6ਵਾਂ ਹਿੱਸਾ ਨਾ ਲੈ ਸਕਿਆ ਜੀ। ਨਾਲੇ ਉਹ ਪਾਰਲੀਮੈਂਟ ਮੈਂਬਰ ਬਣ ਗਿਆ, ਨਾਲੇ ਉਹਦੀ ਜਮਾਤ ਜ਼ਬਤ ਹੋ ਗਈ। ਉਦੋਂ ਪਾਰਲੀਮੈਂਟ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਕਿ ਜਿਹੜਾ ਉਮੀਦਵਾਰ ਜਿੱਤ ਜਾਵੇ ਭਾਵੇਂ ਉਹ 6ਵਾਂ ਹਿੱਸਾ ਵੀ ਵੋਟਾਂ ਦਾ ਨਹੀਂ ਲੈਂਦਾ, ਉਹਦੀ ਜਮਾਤ ਜ਼ਬਤ ਨਾ ਸਮਝੀ ਜਾਵੇ। ਇਹ ਬੇਇੱਜ਼ਤੀ ਲੁਕਾਉਣ ਵਾਲੀ ਗੱਲ ਸੀ। ਹੁਣ ਇਹ ਨੋਟਾਂ ਵਾਲੇ ਮਾਮਲੇ 'ਚ ਵੀ ਇਹੋ ਜਿਹਾ ਕਿ ਲੀਡਰਾਂ ਦੀ ਉਮੀਦਵਾਰਾਂ ਦੀ ਬੇਇੱਜ਼ਤੀ ਨਾ ਹੋਵੇ, ਉਸ ਬੇਇੱਜ਼ਤੀ ਨੂੰ ਲੁਕਾਉਣ ਵਾਸਤੇ ਇਹ ਆਖਿਆ ਜਾ ਰਿਹਾ ਜੀ ਨੋਟਾਂ ਜਿੰਨੀਆਂ ਪੈਂਦੀਆਂ ਪੈ ਜਾਣ ਦਿਓ, ਜਿਹੜੀਆਂ ਪੋਜ਼ੀਟਿਵ ਵੋਟਾਂ ਨੇ ਉਮੀਦਵਾਰਾਂ ਨੂੰ ਪਈਆਂ ਉਹ 'ਚ ਫਰਕ ਪਾ ਲਓ। ਇਹ ਮਾਮਲਾ ਕਾਫੀ ਟੇਢਾ ਜਿੱਤੇ ਸੁਪਰੀਮ ਕੋਰਟ ਨੂੰ ਵਿਚਾਰ ਕਰਨੀ ਪਏ। ਬਿਲਕੁਲ ਜੀ, ਵਿਚਾਰ ਤਾਂ ਕਰਨਾ ਪੈਂਦਾ। ਪਨੂ ਸਾਹਿਬ ਤੁਸੀਂ ਆਏ, ਬਹੁਤ ਬਹੁਤ ਧੰਨਵਾਦ ਜੀ। ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਬਸ ਇੰਨਾ ਹੀ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।